ਸਾਰੇ ਠੀਕ ਠਾਕ। ਚਲੋ ਬਹੁਤ ਵਧੀਆ ਗੱਲ ਹੈ। ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਕਿ ਆਪਣੇ ਹੁਣ ਪੇਪਰ ਆ ਗਏ ਨੇ। ਠੀਕ ਹੈ, ਪੰਜਾਬ ਬੋਰਡ ਨੇ, ਸਰਕਾਰੀ ਬੋਰਡ ਨੇ, ਆਪਣੇ ਸਕੂਲ ਦੇ ਬੋਰਡ ਨੇ ਇਹ ਐਲਾਨ ਕਰਤਾ ਹੈ ਕਿ ਸਾਰੇ ਵਿਦਿਆਰਥੀਆਂ ਦਾ ਸਿਲੇਬਸ ਹੁਣ FA1 ਦਾ, ਠੀਕ ਹੈ, 2-2 3-3 ਟੌਪਿਕ ਹੋ ਚੁੱਕੇ ਨੇਗੇ। ਤਾਂ ਉਹਦਾ FA1 ਵਾਂਗੂ ਇੱਕ ਟੈਸਟ ਲਿਆ ਜਾ ਰਿਹਾ ਜੋ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ 13 ਤੋਂ ਸ਼ੁਰੂ ਹੋ ਰਿਹਾ। ਪਹਿਲਾਂ ਇਹ 6 ਤੋਂ ਸ਼ੁਰੂ ਹੋਣੇ ਸੀ, ਹੁਣ ਇਹ 13 ਤੋਂ ਸ਼ੁਰੂ ਹੋ ਰਿਹਾ। ਡੇਟ ਸ਼ੀਟ ਕਮ ਸੇ ਕਮ 13-12 ਨੂੰ ਜਾਂ 11 ਨੂੰ ਤੁਹਾਨੂੰ ਲਿਖਾ ਦਿੱਤੀ ਜਾਊਗੀ। ਠੀਕ ਹੈ ਜੀ। ਤਾਂ ਉਹਦੇ ਹਿਸਾਬ ਨਾਲ ਸਾਨੂੰ ਇਹ ਇੰਸਟਰਕਸ਼ਨਸ ਆਈਆਂ ਨੇ ਕਿ ਵਿਦਿਆਰਥੀਆਂ ਨੂੰ ਜਿਵੇਂ ਤੁਸੀਂ ਪਹਿਲੇ ਔਨਲਾਈਨ ਪੇਪਰ ਦੇ ਚੁੱਕੇ ਹੋ, ਟੈਸਟ ਕਿਊਜ਼ ਦਿੱਤੇ ਹੈਗੇ, ਉਸੇ ਤਰੀਕੇ ਨਾਲ ਹੀ ਤੁਹਾਡੇ ਪੇਪਰ ਹੋਣਗੇ। ਔਰ ਇਹ ਪੇਪਰ ਉਹੀ ਟੈਸਟ ਦੇ ਪਿੱਛੋਂ ਪਾਏ ਜਾਣਗੇ ਜਿਹੜੇ ਕਿ ਤੁਸੀਂ ਪਹਿਲਾਂ ਦੇ ਚੁੱਕੇ ਹੋ, ਮਤਲਬ ਜਿਹੜੇ ਪਾਠ ਤੁਸੀਂ ਪੜ੍ਹ ਚੁੱਕੇ ਹੋ। ਤਾਂ ਤੁਸੀਂ ਸਾਰਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਹੁਣ ਤੱਕ। ਸਟੂਡੈਂਟਸ, ਜਿਹੜਾ ਤੁਸੀਂ ਸਟਾਰਟਿੰਗ ਜਦੋਂ ਮੈਂ ਇਹ ਵੀਡੀਓ ਸਟਾਰਟ ਕੀਤੀ ਤਾਂ ਮੈंने ਇੰਗਲਿਸ਼ 'ਚ ਤੁਹਾਨੂੰ ਮੈਟਰ ਦਿੱਤਾ ਸੀਗਾ। ਹੁਣ ਇਸੇ ਮੈਟਰ ਦੀ ਕਿਉਂਕਿ ਪੇਪਰ ਆਪਣਾ ਹੋਣਾ ਹੈਗਾ ਤਾਂ ਮੈਂ ਤੁਹਾਨੂੰ ਪੰਜਾਬੀ ਅਨੁਵਾਦ ਦੇ ਵਿੱਚ ਦੇਣ ਲੱਗਿਆ। ਯੂਨਿਟ ਆਪਰੇਸ਼ਨ ਥੋੜ੍ਹਾ ਇੱਕ ਪ੍ਰੋਸੈਸਿੰਗ ਦਾ ਰਹਿ ਜੂਗਾ, ਉਹ ਮੈਂ ਕੁਝ ਦਿਨਾਂ 'ਚ ਤੁਹਾਨੂੰ ਦੇ ਦੂੰਗੀ। ਤਾਂ ਅੱਜ ਮੈਂ ਯੂਨਿਟ ਆਪਰੇਸ਼ਨ ਦਾ ਪੰਜਾਬੀ ਅਨੁਵਾਦ ਲੈ ਕੇ ਆਈ ਹਾਂ। ਸਟਾਰਟ ਕਰ ਰਹੇ ਹਾਂ ਯੂਨਿਟ ਆਪਰੇਸ਼ਨ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਯੂਨਿਟ ਆਪਰੇਸ਼ਨ ਦਾ ਮਤਲਬ ਕੀ ਹੁੰਦਾ, ਜਿਹੜਾ ਸੰਚਾਲਨ ਹੈ, ਜਿਹੜਾ ਜਿੱਥੇ ਕੰਮ ਕੀਤਾ ਜਾਂਦਾ ਹੈਗਾ। ਜਿਵੇਂ ਕਿ ਆਪਣੀ ਕਿਸੇ ਵੀ ਫੂਡ ਫੈਕਟਰੀ ਦੇ ਵਿੱਚ ਕਿਸੇ ਵੀ ਫੂਡ ਪ੍ਰੋਡਕਟ ਜਿੱਥੇ ਤਿਆਰ ਕੀਤਾ ਜਾਂਦਾ ਹੈ, ਠੀਕ ਹੈ, ਉਸ ਜਿੱਥੇ ਸਮਾਨ ਤਿਆਰ ਹੁੰਦਾ ਉਹ ਆਪਣਾ ਯੂਨਿਟ ਆਪਰੇਸ਼ਨ ਹੈ। ਤਾਂ ਸਭ ਤੋਂ ਪਹਿਲਾਂ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪਰਿਭਾਸ਼ਾ ਕੀ ਹੁੰਦੀ ਹੈ, ਇਕਾਈ ਦੇ ਕੰਮ ਵਿੱਚ ਇੱਕ ਰਸਾਇਣਿਕ ਤਬਦੀਲੀ ਜਾਂ ਰਸਾਇਣਿਕ ਤਬਦੀਲੀਆਂ ਸ਼ਾਮਿਲ ਹੁੰਦੀਆਂ ਹਨ। ਮਤਲਬ ਕੀ ਹੈ ਕਿ ਕਿਸੇ ਇੱਕ ਗਰੁੱਪ ਦੇ ਵਿੱਚ ਕਈ ਵਾਰ ਇੱਕ ਟਾਈਮ ਜਾਂ ਬਹੁਤ ਸਾਰੀਆਂ ਚੇਂਜਿਸ ਲਿਆਂਦੀਆਂ ਜਾਂਦੀਆਂ ਹੈਗੇ ਨੇ। ਤੁਹਾਡੇ ਕੋਲ ਸਟੂਡੈਂਟਸ ਹੁਣ ਇੰਗਲਿਸ਼ ਦੇ ਵਿੱਚ ਵੀ ਮੈਟਰ ਪਿਆ, ਪੰਜਾਬੀ ਦੇ ਵਿੱਚ ਮੈਟਰ ਪਿਆ। ਜਿਵੇਂ ਤੁਹਾਨੂੰ ਠੀਕ ਲੱਗੇ ਤੁਸੀਂ ਦੋਨੋਂ ਵੀਡੀਓਜ਼ ਓਪਨ ਕਰਕੇ ਦੇਖ ਸਕਦੇ ਹੋ, ਨਾਲ ਇੰਗਲਿਸ਼ ਦਾ ਨਾਲੇ ਪੰਜਾਬੀ ਦਾ। ਕੁਝ ਸ਼ਬਦ ਮੈंने ਹਜੇ ਵੀ ਇਸ ਦੇ ਵਿੱਚ ਇੰਗਲਿਸ਼ 'ਚ ਰੱਖੇ ਹੈ, ਨਾਲ ਉਹਨਾਂ ਦਾ ਪੰਜਾਬੀ ਅਨੁਵਾਦ ਵੀ ਕੀਤਾ। ਤਾਂ ਕ੍ਰਿਸਟਲਾਈਜੇਸ਼ਨ, ਇਵੈਪੋਰੇਸ਼ਨ, ਫਿਲਟਰੇਸ਼ਨ, ਪੋਲੀਮਰਾਈਜੇਸ਼ਨ, ਆਈਸੋਮਰਾਈਜੇਸ਼ਨ। ਜੇ ਮੈਂ ਚਾਹੁੰਦੀ ਤਾਂ ਮੈਂ ਸਟੂਡੈਂਟਸ ਇਹਨਾਂ ਨੂੰ ਵੀ ਐਕਸਪਲੇਨ ਕਰ ਸਕਦੀ ਸੀ ਜਿਵੇਂ, ਲੇਕਿਨ ਸਾਨੂੰ ਉੱਪਰੋਂ ਇੰਸਟਰਕਸ਼ਨਸ ਆ ਰਹੀਆਂ ਨੇ ਕਿਉਂਕਿ ਵਿਦਿਆਰਥੀਆਂ ਕੋਲ ਉਨੇ ਚੰਗੇ ਸਾਧਨ ਨਹੀਂ ਹੈਗੇ। ਤਾਂ ਸਾਨੂੰ ਇੰਨਾ ਅੱਜ ਦੇ ਸਮੇਂ ਦੇ ਵਿੱਚ ਹਜੇ ਇਹ ਸਿਰਫ ਆਪਾਂ ਨੇ ਕੱਲੀਆਂ ਕੀ ਕਹਿੰਦੇ ਡੈਫੀਨੇਸ਼ਨਸ ਨਹੀਂ ਕਰਨੀਆਂ, ਕੱਲੀਆਂ ਕੋਟੇਸ਼ਨਸ ਯਾਦ ਕਰਨੀਆਂ ਨੇ ਤਾਂ ਕਿ ਇਹਨਾਂ ਟਾਈਮ ਪੀਰੀਅਡ ਵਿੱਚ ਜਸਟ ਇਹ ਆਪਣੇ ਕੋਲੇ 6 ਪੁਆਇੰਟਸ ਬਣ ਜਾ 5 ਪੁਆਇੰਟਸ ਬਣ ਜਾਂਦੇ ਨੇ। ਕਿਹੜੇ ਕ੍ਰਿਸਟਲਾਈਜੇਸ਼ਨ, ਇਵੈਪੋਰੇਸ਼ਨ, ਫਿਲਟਰੇਸ਼ਨ, ਪੋਲੀਮਰਾਈਜੇਸ਼ਨ, ਆਈਸੋਮਰਾਈਜੇਸ਼ਨ। ਜਦੋਂ ਸਟੂਡੈਂਟਸ ਤੁਹਾਨੂੰ ਪ੍ਰੈਕਟੀਕਲਸ ਲਿਖਵਾਵਾਂਗੇ ਉਦੋਂ ਇਹ ਸਾਰੀਆਂ ਚੀਜ਼ਾਂ ਹੋਰ ਚੰਗੀ ਤਰ੍ਹਾਂ ਕਲੈਰਿਟੀ ਕਰ ਦਿੱਤੀਆਂ ਜਾਣਗੀਆਂ। ਹਜੇ ਯੂਨਿਟ ਆਪਰੇਸ਼ਨ ਦੇ ਇਹ ਇੱਕ ਤਰ੍ਹਾਂ ਦੀਆਂ ਆਪਾਂ ਕਿ ਠੀਕ ਹੈ ਜੀ ਯੂਨਿਟ ਆਪਰੇਸ਼ਨ ਨੇ ਜਿੱਥੇ ਕ੍ਰਿਸਟਲਾਈਜੇਸ਼ਨ ਉਸ ਦੀ ਇਵੈਪੋਰੇਸ਼ਨ ਹੁੰਦੀ ਹੈ, ਫਿਰ ਉਹਨਾਂ ਦਾ ਫਿਲਟਰੇਸ਼ਨ ਹੁੰਦਾ ਜਿਹੜਾ ਵੀ ਪ੍ਰੋਡਕਟ ਤਿਆਰ ਹੋ ਰਿਹਾ ਉਹਨਾਂ ਦਾ, ਫਿਰ ਉਹਦੀ ਪੋਲੀਮਰਾਈਜੇਸ਼ਨ ਹੁੰਦੀ ਹੈ, ਫਿਰ ਉਹਦੀ ਆਈਸੋਮਰਾਈਜੇਸ਼ਨ ਹੁੰਦੀ ਹੈਗੀ ਹੈ। ਤਾਂ ਕਿ ਯੂਨਿਟ ਆਪਰੇਸ਼ਨ ਦੇ ਅਲੱਗ-ਅਲੱਗ ਭਾਗ ਨੇਗੇ। ਠੀਕ ਹੈ, ਉਸ ਤੋਂ ਬਾਅਦ ਹੁੰਦਾ ਕੀ ਹੈ, ਇਹ ਪ੍ਰੋਸੈਸ may require many unit operation to obtain the desired product from the starting material or feedstock। feedstock देखो पंजाबी च मैंने लिखता स्टूडेंट feedstocks। feedstock ਦਾ ਮਤਲਬ ਕਿ ਜਿਹੜਾ ਆਪਣਾ ਰॉ ਮਟੀਰੀਅਲ ਹੈ, ਜਿਹੜੇ ਤੁਸੀਂ ਉਸ ਨੂੰ ਪਹਿਲਾਂ ਆਪਾਂ ਕਿਸੇ ਵੀ ਚੀਜ਼ ਨੂੰ ਤਿਆਰ ਕਰਨ ਵਾਸਤੇ ਆਪਾਂ feedstock ਤਿਆਰ ਕੀਤਾ, ਉਸ ਮਟੀਰੀਅਲ ਨੂੰ ਇਸ ਤਰ੍ਹਾਂ ਤਿਆਰ ਕਰਿਆ ਜਾਵੇ ਤਾਂ ਯੂਨਿਟ ਆਪਰੇਸ਼ਨ ਦੇ ਵਿੱਚ ਭੇਜਿਆ ਜਾਂਦਾ ਹੈ ਜੋ ਕਿ ਚੀਜ਼ ਸਾਨੂੰ ਜ਼ਰੂਰਤ ਹੈ। ਡਿਜ਼ਾਇਰ ਕੀ ਹੁੰਦੀ, ਸਾਡੀ ਇੱਛਾ। ਤਾਂ ਇੱਕ ਪ੍ਰਕਿਰਿਆ ਵਿੱਚ ਸ਼ੁਰੂਆਤੀ ਸਮੱਗਰੀ ਸਾਰਿਆਂ ਨੂੰ ਪਤਾ ਹੈ ਨਾ, ਰॉ ਮਟੀਰੀਅਲ, ਕੱਚਾ ਮਾਲ, ਠੀਕ ਹੈ, ਫਿਰ ਜਾਂ ਕਿ ਉਹਨੂੰ ਸ਼ੁਰੂਆਤੀ ਸਮੱਗਰੀ ਮਤਲਬ ਰॉ ਮਟੀਰੀਅਲ ਸਾਰਿਆਂ ਨੂੰ ਯਾਦ ਹੋਊਗਾ ਤੁਹਾਨੂੰ, ਕੱਚਾ ਮਾਲ ਜਾਂ ਫੀਡ ਸਟਾਕਸ ਤੋਂ ਲੋੜੀਂਦੇ ਉਤਪਾਦ ਪ੍ਰਾਪਤ ਕਰਨ ਲਈ ਬਹੁਤ ਸਾਰੇ ਯੂਨਿਟ ਆਪਰੇਸ਼ਨਾਂ ਦੀ ਜ਼ਰੂਰਤ ਹੋ ਸਕਦੀ ਹੈ। ਜਿਵੇਂ ਤੁਸੀਂ ਸਾਰਿਆਂ ਨੂੰ ਪਤਾ ਹੈ ਮਤਲਬ ਕਿ ਸਭ ਤੋਂ ਪਹਿਲਾਂ ਕੱਚਾ ਮਾਲ ਆਊਗਾ, ਫਿਰ ਉਹਦੀ ਵਾਸ਼ਿੰਗ ਹੋਊਗੀ, ਫਿਰ ਉਹਦੀ ਕੀ ਕਹਿੰਦੇ ਹੁੰਦੇ ਨੇ ਕਲੀਨਿੰਗ ਹੋਊਗੀ, ਫਿਰ ਕਲੀਨਿੰਗ ਤੋਂ ਬਾਅਦ ਉਹਦੀ ਕਟਿੰਗ ਹੋਊਗੀ, ਕਟਿੰਗ ਤੋਂ ਚੌਪਿੰਗ ਹੋਊਗੀ, ਫਿਰ ਉਹਦਾ ਗ੍ਰੇਡਿੰਗ ਕੀਤੀ ਜਾਊਗੀ। ਤਾਂ ਬਹੁਤ ਸਾਰੇ ਪੁਆਇੰਟਸ ਨੇਗੇ ਜਿਹੜੇ ਕਿ ਆਪਾਂ ਇਹ ਬਹੁਤ ਚੰਗੀ ਤਰ੍ਹਾਂ ਕਲੀਅਰ ਕੀਤਾ। ਸ਼ੁਰੂਆਤੀ ਸਮੱਗਰੀ, ਫੀਡ ਪ੍ਰੋਡਕਟਸ, ਰॉ ਮਟੀਰੀਅਲ। ਤਾਂ ਸਮਝ ਆ ਗਈ ਸਾਰਿਆਂ ਨੂੰ। ਤਾਂ ਇਹ ਤੁਹਾਡੇ ਕੋਲੇ ਇਸ ਤਰ੍ਹਾਂ ਦੂਸਰਾ ਪੁਆਇੰਟ। ਅੱਗੇ ਹੁਣ ਜਿੰਨੇ ਆਪਣੇ ਫੂਡ ਪ੍ਰੋਡਕਟਸ ਆਪਾਂ ਕਿਸੇ ਵੀ ਤਿਆਰ ਕਰਨੇ ਉਹਦੇ ਵਿੱਚ ਸੂਖਮ ਜੀਵਾਣੂ ਤਾਂ ਹੋਣਗੇ ਹੀ ਹੋਣਗੇ, ਉਹਨਾਂ ਸਾਰਿਆਂ ਨੂੰ ਆਪਾਂ ਨੇ ਬਚਾਉਣਾ ਹੁੰਦਾ ਹੈ। ਕਿਉਂਕਿ ਜੇ ਆਪਾਂ ਸੂਖਮ ਜੀਵਾਣੂ ਨਾ ਬਚਾਏ ਤਾਂ ਆਪਣਾ ਪ੍ਰੋਡਕਟ ਖਰਾਬ ਹੋ ਜਾਊਗਾ। ਤਾਂ ਪ੍ਰੋਡਕਟ ਨੂੰ ਸਾਫ਼ ਸੁਥਰਾ ਸਹੀ ਤਰੀਕੇ ਨਾਲ ਹਰ ਇੱਕ ਯੂਨਿਟ ਆਪਰੇਸ਼ਨ ਦੇ ਵਿੱਚ ਕ੍ਰਾਸ ਕਰਨ ਦੇ ਲਈ
ਕੁਝ ਪ੍ਰਿੰਸੀਪਲਸ ਦੇ ਵਿੱਚ ਦੀ ਕ੍ਰਾਸ ਕਰਨਾ ਪੈਂਦਾ ਹੈਗਾ, ਠੀਕ ਹੈ, ਜਿਹਨੂੰ ਕਿ ਇੱਕ ਅਸੈਪਸ ਪ੍ਰੋਸੈਸ ਵੀ ਕਿਹਾ ਜਾਂਦਾ ਹੈ। ਇਹ ਅਸੈਪਸ ਪ੍ਰੋਸੈਸ ਸਾਰਿਆਂ ਨੇ ਆਪਾਂ ਨੇ ਪੜ੍ਹੀ ਹੈ ਬਹੁਤ ਚੰਗੀ ਤਰ੍ਹਾਂ। ਜਦੋਂ ਜ਼ਮੀਨ ਦੇ ਵਿੱਚ ਪਹਿਲਾਂ ਫਸਲ ਪੱਕਦੀ ਹੈ, ਪੱਕਣ ਤੋਂ ਬਾਅਦ ਉਸ ਨੂੰ ਤੋੜਿਆ ਜਾਂਦਾ ਹੈ, ਤੋੜਨ ਤੋਂ ਬਾਅਦ ਉਸ ਨੂੰ ਡੰਪ ਕੀਤਾ ਜਾਂਦਾ ਹੈ, ਫਿਰ ਅੱਗੇ ਮਾਰਕੀਟ ਦੇ ਵਿੱਚ ਲਿਆਇਆ ਜਾਂਦਾ ਹੈ। ਤਾਂ ਸਾਰੀ ਪ੍ਰਕਿਰਿਆ ਬਹੁਤ ਚੰਗੀ ਤਰ੍ਹਾਂ ਮੈਂ ਕਰਾ ਚੁੱਕੀ ਹਾਂ। ਹੁਣ ਮੈਂ ਸਿਰਫ ਤੁਹਾਨੂੰ ਬਾਰ-ਬਾਰ ਕਹਿ ਰਹੀ ਕਿ ਮੈंने ਪੰਜਾਬੀ ਅਨੁਵਾਦ ਦੇ ਵਿੱਚ ਤੁਹਾਨੂੰ ਪੇਪਰਾਂ ਦੇ ਲਈ ਤਿਆਰੀ ਦੇ ਲਈ ਇੱਕ ਦੁਬਾਰਾ ਰੀਫਰੈਸ਼ ਕਰਾਉਣ ਲੱਗੀ ਹਾਂ, ਠੀਕ ਹੈ ਜੀ। ਹਜੇ ਵੀ ਜੇ ਕਿਸੇ ਵਿਦਿਆਰਥੀ ਨੂੰ ਐਂ ਲੱਗੇ ਕਿ ਮੈਨੂੰ ਹੋਰ ਕਲੀਅਰ ਕਰ ਦੇਣਾ ਚਾਹੀਦਾ ਹੈ ਤਾਂ ਵਿਦਿਆਰਥੀਓ ਪਲੀਜ਼ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਮੈਨੂੰ ਕਿਰਪਾ ਕਰਕੇ ਆਪਣੇ ਵਿਊ ਭੇਜੋ। ਜਿੱਥੇ ਵੀ ਕਿਸੇ ਵਿਦਿਆਰਥੀ ਨੂੰ ਕਿਸੇ ਵੀ ਤਰੀਕੇ ਦੀ ਦਿੱਕਤ ਲੱਗਦੀ ਹੈ ਤਾਂ ਉਹ ਮੈਨੂੰ ਆਪਣੇ ਵਿਊਜ਼ ਭੇਜੇ ਔਰ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਉਸ ਵਿਦਿਆਰਥੀ ਦੀ ਹਰ ਪ੍ਰੋਬਲਮ ਨੂੰ ਸੋਲਵ ਕਰ ਸਕਾਂ। ਤਾਂ ਫਿਲਟਰੇਸ਼ਨ ਦੁਬਾਰਾ ਵੀ ਸੂਖਮ ਜੀਵਾਣੂਆਂ ਦਾ ਹਟਾਉਣਾ, ਠੀਕ ਹੈ ਜੀ। ਫਿਰ ਅਸੈਪਸ ਦਾ ਮਤਲਬ ਥੋੜ੍ਹਾ ਕਲੀਅਰ ਕੀਤਾ ਹੈਗਾ। ਜਿੰਨੇ ਵੀ ਆਪਣੇ ਪਲਾਂਟਸ ਨੇਗੇ ਉਹਨਾਂ ਪਲਾਂਟਸ ਦੀ ਜਿਹੜਾ ਟਿਸ਼ੂ ਨੇ, ਟਿਸ਼ੂ ਦਾ ਆਪਾਂ ਸਾਰਿਆਂ ਨੂੰ ਪਤਾ ਹੀ ਹੈ, ਠੀਕ ਹੈ, ਜਿਹੜੇ ਉਹਨਾਂ 'ਚ ਮਸਾਮ ਨੇਗੇ ਉਹਨਾਂ ਦੀ ਇੱਕ ਬਾਹਰੀ ਪਰਤ ਹੈ, ਇੱਕ ਅੰਦਰੂਨੀ ਪਰਤ ਹੈ। ਉਹਨਾਂ ਨੂੰ ਸਾਰਿਆਂ ਨੂੰ ਕੀ ਕਰਨਾ ਹੁੰਦਾ ਆਪਾਂ ਨੇ ਮੁਕਤ ਕਰਾ ਕੇ ਰੱਖਣਾ, ਦਾ ਮਤਲਬ ਬਚਾ ਕੇ ਰੱਖਣਾ ਹੁੰਦਾ ਹੈਗਾ। ਜਿੰਨਾ ਮੰਨ ਲਓ ਜੇ ਇਹ ਬਚਾਅ ਜਿੰਨੀ ਦੇਰ ਤੱਕ ਹੋਵੇਗਾ ਉਨੇ ਸੂਖਮ ਜੀਵਾਣੂ ਸੜਨ ਦੀ ਉਦਾਹਰਨ ਹੈ ਜਾਂ ਗਿਰੀਦਾਰ ਫਲ ਅਤੇ ਸਬਜ਼ੀਆਂ ਨੂੰ ਛਿਲਕਿਆਂ ਨੂੰ ਰੋਕਣਗੇ। ਮਤਲਬ ਕਹਿਣ ਦਾ ਮਤਲਬ ਕੀ ਹੈ ਕਿ ਜਿੰਨੇ ਆਪਣੇ ਅਸੈਪਸ ਪ੍ਰੋਸੈਸ ਕਰਦੀ ਕੀ ਹੈ, ਅਸੈਪਸ ਪ੍ਰੋਸੈਸ ਜਿਹੜੇ ਆਪਾਂ ਕੋਈ ਵੀ ਫੂਡ ਪ੍ਰੋਡਕਟ ਤਿਆਰ ਕਰਨਾ ਹੈ, ਜਦੋਂ ਉਹਦਾ ਛਿਲਕਾ ਉਤਰੂਗਾ, ਛਿਲਕਾ ਉਤਰਨ ਤੋਂ ਬਾਅਦ ਜਦੋਂ ਉਸ ਨੂੰ ਗ੍ਰੇਟ ਕੀਤਾ ਜਾਊਗਾ ਉਹਨਾਂ ਸਾਰਿਆਂ ਸੂਖਮ ਜੀਵਾਣੂਆਂ ਨੂੰ ਆਪਾਂ ਨੂੰ ਸਮੇਂ-ਸਮੇਂ ਤੱਕ ਕੀ ਕਰਨਾ ਪਊਗਾ, ਬਚਾ ਕੇ ਰੱਖਣਾ ਪਊਗਾ ਤਾਂ ਜੋ ਆਪਣਾ ਫੂਡ ਪ੍ਰੋਡਕਟ ਦੀ ਦਿੱਖ ਉਸੇ ਤਰ੍ਹਾਂ ਦੀ ਰਹੇ। ਇਹ ਬਾਇਓਬਰਡਨ ਤੁਹਾਨੂੰ ਇੱਕ ਮੈंने ਕੀ ਕਰਾਇਆ ਸੀਗਾ, ਇੱਕ ਐਕਸਪੈਰੀਮੈਂਟ ਹੈ ਸਟੂਡੈਂਟਸ। ਇਹ ਇੱਕ ਐਂ ਸਮਝ ਲਓ ਬਾਇਓਬਰਡਨ ਕੀ ਕਰਦਾ ਹੈ, ਜਿਵੇਂ ਆਪਾਂ ਕਹਿੰਦੇ ਜਦੋਂ ਚੀਜ਼ ਤਿਆਰ ਹੁੰਦੀ ਹੈ ਉੱਥੇ ਇੱਕ ਨਿਰੀਖਣ ਕੀਤਾ ਜਾਂਦਾ ਹੈ। ਦੇਖੋ ਕਾइंड्स ऑफ माइक्रो ऑर्गेनिज्म प्रेजेंट वेदर एनी स्पॉइलेज और पैथोजैनिक माइक्रो ऑर्गेनिज्म। ਜਦੋਂ ਕਿਸੇ ਵੀ ਪ੍ਰੋਡਕਟ ਨੂੰ ਤਿਆਰ ਕਰਿਆ ਜਾਂਦਾ ਹੈ ਤਾਂ ਉੱਥੇ ਅਲੱਗ-ਅਲੱਗ ਤਰ੍ਹਾਂ ਦੀਆਂ ਕੰਡੀਸ਼ਨਸ ਅਪਲਾਈ ਕੀਤੀਆਂ ਜਾਂਦੀਆਂ ਨੇ। ਤਾਂ ਕੰਡੀਸ਼ਨਸ ਨੂੰ ਕਿਸੇ ਨਾ ਕਿਸੇ ਮੁਸੀਬਤ ਦੇ ਵਿੱਚ ਦੀ ਕ੍ਰਾਸ ਕਰਨਾ ਪੈਂਦਾ, ਠੀਕ ਹੈ। ਤਾਂ ਬਾਇਓਬਰਡਨ ਇੱਕ ਕੀ ਹੈਗਾ, ਐਕਸਪੈਰੀਮੈਂਟ ਹੈ ਜਿਹਦੇ ਵਿੱਚ ਕੀ ਕਰਦਾ ਹੈ, ਜਿਹੜੀ ਸਤਹ 'ਤੇ ਬੈਕਟੀਰੀਆ ਦੀ ਗਿਣਤੀ ਹੈ ਜੋ ਨਿਰਜੀਵ ਨਹੀਂ ਕੀਤੀ ਗਈ ਹੈ। ਸਟੂਡੈਂਟ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਜਿਵੇਂ ਹੁਣ ਅੱਜ ਕੱਲ੍ਹ ਮੈਂਗੋ ਦਾ ਸੀਜ਼ਨ ਹੈ, ਠੀਕ ਹੈ, ਅਸੀਂ ਸਾਰੇ ਜਣੇ ਮੈਂਗੋ ਖਾ ਰਹੇ ਹਾਂ, ਲੇਕਿਨ ਬਾਅਦ ਸਾਰਾ ਟਾਈਮ ਫੁੱਲ ਅਸੀਂ ਬਾਅਦ ਵਿੱਚ ਮੈਂਗੋ ਫਰੂਟੀ, ਮੈਂਗੋ ਜੈਮ, ਠੀਕ ਹੈ, ਮੈਂਗੋ ਸੌਸਿਸ ਜਾਂ ਹੋਰ ਮੈਂਗੋ ਦੀਆਂ ਬਹੁਤ ਸਾਰੀਆਂ ਫੂਡ ਪ੍ਰੋਡਕਟਸ ਸਾਨੂੰ ਕਈ ਫਾਰਮ ਦੇ ਵਿੱਚ ਲੈਂਦੇ ਹਾਂ। ਤਾਂ ਉਹ ਸਾਰੀਆਂ ਚੀਜ਼ਾਂ ਨੂੰ ਤਿਆਰ ਜਦੋਂ ਕੀਤਾ ਤਾਂ ਉਸ ਟਾਈਮ 'ਤੇ ਇੱਕ ਬਾਇਓਬਰਡਨ ਐਕਸਪੈਰੀਮੈਂਟ ਕੀਤਾ ਹੈ ਜੋ ਕਿ ਸਾਡੀਆਂ ਚੀਜ਼ਾਂ ਨੂੰ ਨਿਰੀਖਣ ਕਰਕੇ ਦੱਸਦਾ ਕਿ ਇਹ ਬਿਲਕੁਲ ਸਹੀ ਹੋ ਰਿਹਾ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਇਨਫੈਕਸ਼ਨ ਜਾਂ ਕਿਸੇ ਵੀ ਤਰ੍ਹਾਂ ਦਾ ਬੈਕਟੀਰੀਆ ਗਲਤ ਨਹੀਂ ਹਨ। ਤਾਂ ਇਹ ਸ਼ਬਦ ਬਾਇਓਬਰਡਨ ਟੈਸਟਿੰਗ ਦੇ ਸੰਦਰਭ ਵਿੱਚ ਅਕਸਰ ਵਰਤਿਆ ਜਾਂਦਾ ਹੈ ਤੇ ਇਸ ਨੂੰ ਮਾਈਕਰੋਬਿਅਲ ਸੀਮਾ ਟੈਸਟਿੰਗ ਵੀ ਕਿਹਾ ਜਾਂਦਾ ਹੈਗਾ। ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਸਟੂਡੈਂਟਸ, ਆਪਾਂ ਹਰ ਚੀਜ਼ ਖਾਂਦੇ ਹਾਂ, ਲੇਕਿਨ ਅੱਜ ਦੇ ਸਮੇਂ ਦੇ ਵਿੱਚ ਇਹ ਬਾਇਓਬਰਡਨ ਐਕਸਪੈਰੀਮੈਂਟ ਹੋਣਾ ਜ਼ਰੂਰੀ ਹੈ ਤਾਂ ਜੋ ਕਿਸੇ ਵੀ ਚੀਜ਼ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਾਈਕਰੋ ਸਪੋਇਲੇਜ, ਆ ਦੇਖੋ ਇੰਗਲਿਸ਼ 'ਚ ਵੀ ਲਿਖਿਆ ਹੋਇਆ ਸਪੋਇਲੇਜ ਆਰਗੇਨਿਜ਼ਮ ਫੂਡ ਸਪੋਇਲੇਜ ਡਿਫਿਕਲਟ ਟੂ ਪ੍ਰੀਜ਼ਰਵ। ਜਿੰਨਾ ਸਮਾਨ ਅਸੀਂ ਆਪਣੇ ਜ਼ਿੰਦਗੀ ਦੇ ਲਈ ਜਾਂ ਆਪਣੇ ਆਮ ਲੋਕਾਂ ਦੇ ਲਈ ਬਣਾਉਣਾ ਹੈ ਔਰ ਫਿਰ ਉਸ ਨੂੰ ਕੀ ਹੋਣਾ ਚਾਹੀਦਾ, ਪੂਰੀ ਤਰ੍ਹਾਂ ਸੇਫ ਹੋਣਾ ਚਾਹੀਦਾ। ਉਹ ਸੇਫਟੀ ਨੂੰ ਬਣਾਏ ਰੱਖਣ ਲਈ ਇਹ ਇੱਕ ਐਕਸਪੈਰੀਮੈਂਟ ਕੀਤਾ ਜਾਂਦਾ। ਕਿਹੜਾ ਕੀਤਾ ਜਾਂਦਾ? ਬਾਇਓਬਰਡਨ, ਠੀਕ ਹੈ ਜੀ। ਮਾਈਕਰੋਬਿਅਲ ਦਾ ਮਤਲਬ ਕੀ ਹੈ ਕਿ ਉਹ ਸੂਖਮ ਤੋਂ ਸੂਖਮ ਭਾਗ ਦੇ ਵਿੱਚ ਵੀ ਜਾ ਕੇ ਤਾਂ ਕਿਸੇ ਵੀ ਤਰ੍ਹਾਂ ਦੇ ਕੀਟਾਣੂ ਜਾਂ ਕਿਸੇ ਹੋਰ ਤਰ੍ਹਾਂ ਦੀ ਇਨਫੈਕਸ਼ਨ ਤੋਂ ਅਸੀਂ ਆਪਣੇ ਭੋਜਨ ਪਦਾਰਥ ਨੂੰ ਕੀ ਕਰ ਸਕੀਏ, ਬਚਾ ਸਕੀਏ, ਠੀਕ ਹੈ ਬੱਚੋ। ਅੱਗੇ ਅਸੈਪਸ ਦੀ ਉਦਾਹਰਨ ਕੀ ਹੈ? ਡਿੱਗਣ ਦਾ ਮਤਲਬ ਕੋਈ ਇਹ ਵੀ ਨਹੀਂ ਸਟੂਡੈਂਟਸ, ਮੈਂ ਕਹਿ ਰਹੀ ਕਿ ਡਿੱਗਣ ਤਾਂ ਪੰਜਾਬੀ ਅਨੁਵਾਦ ਕਰਕੇ ਥੋੜ੍ਹਾ ਜਿਹਾ ਫਰਕ ਲੱਗਣ ਲੱਗ ਜਾਂਦਾ ਹੈ। ਮਤਲਬ ਕੀ ਹੈ ਕਿ ਅਸੈਪਸ ਪ੍ਰੋਸੈਸ ਕਿੱਥੋਂ ਸ਼ੁਰੂ ਹੋ ਜਾਂਦੀ ਹੈ? ਪੌਦੇ ਦੀ ਜੜ ਤੋਂ। ਜਦੋਂ ਪੌਦਾ ਲੱਗ ਜਾਂਦਾ ਹੈ, ਕੋਈ ਵੀ ਪਲਾਂਟ ਲੱਗ ਜਾਂਦਾ ਹੈ, ਉਸ ਪਲਾਂਟ ਨੂੰ ਜਦੋਂ ਅਸੀਂ ਕੇਅਰ ਕਰਨੀ ਸ਼ੁਰੂ ਕਰਦੇ ਹਾਂ, ਜਦੋਂ ਸਾਡਾ ਫਲ ਬਣ ਜਾਂਦਾ ਉਹ ਫਲ ਨੂੰ ਕੀ ਕਰਨ, ਲੈਣ ਤੋਂ ਸ਼ੁਰੂ ਕਰਕੇ ਅਖੀਰਲੀ ਪ੍ਰੋਸੈਸ ਤੱਕ
ਜਿੰਨੀ ਪ੍ਰਕਿਰਿਆ ਕੀਤੀ ਜਾਂਦੀ ਹੈ ਉਹ ਸਾਡੀ ਅਸੈਪਸ ਹੁੰਦੀ ਹੈ। ਅਸੈਪਸ ਪ੍ਰੋਸੈਸ ਹੈ। ਜਦੋਂ ਫਰੂਟ ਜਿਹਨੇ ਡਿੱਗਣਾ, ਠੀਕ ਹੈ, ਤਾਂ ਉਹ ਕਿਸੇ ਵੀ ਸਤਹ ਦੇ ਉੱਤੇ ਜਿਹੜਾ ਡਿੱਗੇਗਾ, ਮੰਨ ਲਓ ਜਿਵੇਂ ਅਮਰੂਦ ਲੱਗੇ ਹੋਏ ਹੈ ਬਹੁਤ, ਕਿਉਂਕਿ ਅਮਰੂਦ ਦੀ ਕੀ ਇੱਕ ਕੁਆਲਿਟੀ ਹੁੰਦੀ ਹੈ, ਉਹ ਬਹੁਤ ਜਲਦੀ ਪੱਕਦੇ ਨੇ ਅਤੇ ਬਹੁਤ ਹੀ ਜਲਦੀ ਸਾਰੇ ਦੇ ਸਾਰੇ ਇਕੱਠੇ ਗਿਰਦੇ ਨੇ। ਠੀਕ ਹੈ ਸਟੂਡੈਂਟਸ, ਤਾਂ ਇਸੇ ਤਰੀਕੇ ਨਾਲ ਨਾਰੀਅਲ, ਠੀਕ ਹੈ, ਔਰ ਕੀ ਕਹਿੰਦੇ ਹੁੰਦੇ ਨੇ ਆਲੂ ਬੁਖਾਰਾ, ਲੀਚੀ, ਬਹੁਤ ਸਾਰੇ ਪ੍ਰੋਡਕਟ, ਸਾਰੇ ਫਰੂਟਸ, ਸਾਰੀਆਂ ਸਬਜ਼ੀਆਂ ਵੀ ਆਪਾਂ ਇੱਥੇ ਤੱਕ ਕਹਿ ਸਕਦੇ ਹਾਂ, ਉਹ ਅਸੈਪਸ ਪ੍ਰੋਸੈਸ ਦੇ ਵਿੱਚ ਦੀ ਕ੍ਰੋਸ ਹੋਣੀਆਂ ਚਾਹੀਦੀਆਂ ਹੈਗੀਆਂ ਨੇਗੀਆਂ। ਜੇ ਅਸੈਪਸ ਪ੍ਰੋਸੈਸ ਹੋਈ ਹੈ ਤਾਂ ਇਟ ਮੀਨਸ ਉਹ ਸਾਰੇ ਫੂਡ ਪ੍ਰੋਡਕਟ ਬਹੁਤ ਹੀ ਵਧੀਆ ਨੇ। ਫਿਰ ਉਹ ਜਦੋਂ ਫੈਕਟਰੀ ਵਿੱਚ ਜਾਣਗੇ ਤਾਂ ਉਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੀਟਾਣੂ ਜਾਂ ਵਿਸ਼ਾਣੂ ਨਹੀਂ ਹੋਣਗੇ, ਜਿਹੜੀ ਕਿ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਡੀ ਡਿਮਾਂਡ ਹੈ। ਪਰ ਦੇਖੋ ਬੱਚਿਓ, ਆਪਾਂ ਨੂੰ ਨਹੀਂ ਧਿਆਨ ਸੀ, ਇਹ ਅਸੈਪਸ ਪ੍ਰੋਸੈਸ ਸਾਡੀਆਂ ਕਿਤਾਬਾਂ ਦੇ ਵਿੱਚ ਪਹਿਲਾਂ ਤੋਂ ਹੀ ਲਿਖੀ ਹੋਈ ਹੈ। ਜਦੋਂ ਇਹ ਅਸੈਪਸ ਪ੍ਰੋਸੈਸ ਚੱਲ ਰਹੀ ਹੈ ਤਾਂ ਉੱਥੇ ਇੱਕ ਵਿਅਕਤੀ, ਸਾਰੇ ਵਿਅਕਤੀ ਕੰਮ ਕਰ ਰਹੇ ਨੇ, ਉਹਨਾਂ ਦੀ ਜਿਹੜੀ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟਸ ਨੇ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੰਦ ਯੂਜ਼ ਕਰਦੇ ਨੇ ਉਹ ਪੂਰੀ ਚੰਗੀ ਤਰ੍ਹਾਂ ਸਾਫ਼ ਅਤੇ ਸਟਰਲਾਈਜ਼ ਹੋਣੇ ਚਾਹੀਦੇ ਨੇ, ਅਤੇ ਵਿਅਕਤੀ ਵੱਲੋਂ ਗਲਵਸ ਪਾਏ ਹੋਣੇ ਚਾਹੀਦੇ, ਗਾਊਨਸ ਪਾਏ ਹੋਣੇ ਚਾਹੀਦੇ, ਮਾਸਕ ਪਾਇਆ ਹੋਣਾ ਚਾਹੀਦਾ ਹੈ, ਅਤੇ ਅੱਖਾਂ ਅਤੇ ਫੇਸ ਨੂੰ ਪੂਰੀ ਚੰਗੀ ਤਰ੍ਹਾਂ ਇੱਕ ਸ਼ੇਡ ਦੇ ਰਾਹੀਂ ਢਕਿਆ ਹੋਇਆ ਹੋਣਾ ਚਾਹੀਦਾ। ਸਮਝ ਆ ਗਈ? ਜਿਹਦੇ ਵਿੱਚ ਕੀ ਲਿਖਿਆ, ਇੱਕ ਸ਼ਬਦ ਇਕੱਠਾ ਕਰਤਾ ਕਿ ਨਿੱਜੀ ਸੁਰੱਖਿਆ ਉਪਕਰਨ। ਨਿੱਜੀ ਸੁਰੱਖਿਆ ਉਪਕਰਨ ਦਾ ਮਤਲਬ ਕੀ ਹੈ ਕਿ ਸਟੂਡੈਂਟ, ਜਦੋਂ ਵਿਅਕਤੀ ਹੀ ਕੰਮ ਕਰੂਗਾ, ਵਿਅਕਤੀ ਹੀ ਫੂਡ ਪ੍ਰੋਡਕਟ ਤਿਆਰ ਕਰੂਗਾ, ਵਿਅਕਤੀ ਤੋਂ ਹੀ 100 ਤਰ੍ਹਾਂ ਦੀਆਂ ਇਨਫੈਕਸ਼ਨਸ ਕ੍ਰੀਏਟ ਹੁੰਦੀਆਂ, ਜਿਵੇਂ ਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਇਹ ਗੱਲ ਨੂੰ ਪੂਰੀ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਤਾਂ ਇਟ ਮੀਨਸ ਜਿਹੜੇ ਫੂਡ ਪ੍ਰੋਡਕਟ ਤਿਆਰ ਹੋ ਰਹੇ ਨੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪੜ੍ਹੋਗੇ ਕਿ ਬ੍ਰੈਕਟ ਦੇ ਵਿੱਚ ਲਿਖਿਆ ਹੋਇਆ ਹੋਊਗਾ ਕਿ ਇਹ ਪ੍ਰੋਡਕਟ ਇਸ ਕਰਕੇ, ਇਸ ਦੀ ਕੀਮਤ ਇਹ ਹੈ ਕਿ ਅਸੈਪਸ ਪ੍ਰੋਸੈਸ ਦੇ ਵਿੱਚ ਦੀ ਗੁਜ਼ਾਰਿਆ ਗਿਆ ਹੈ, ਜੋ ਕਿ ਤੁਹਾਨੂੰ ਲੱਗੂਗਾ ਕਿ ਇਹ ਤਾਂ ਸਾਨੂੰ ਪਹਿਲਾਂ ਹੀ ਪਤਾ ਹੈ। ਤਾਂ ਇਹੀ ਇਹਦਾ ਪੰਜਾਬੀ ਅਨੁਵਾਦ ਕੀਤਾ, ਜਿਵੇਂ ਦਸਤਾਨੇ, ਗਾਊਨ, ਮਾਸਕ, ਅੱਖਾਂ ਚਿਹਰੇ ਦੀਆਂ, ਠੀਕ ਹੈ ਜੀ, ਸਾਰੀਆਂ ਉਹ ਜਿਹੜੇ ਫਿਲਟਰਸ ਲਗਾਉਣੇ ਨੇ। ਤਾਂ ਜਦੋਂ ਵੀ ਕਿਸੇ ਪਾਣੀ ਜਾਂ ਕਿਸੇ ਹੋਰ ਚੀਜ਼ ਨੂੰ ਤਿਆਰ ਕੀਤਾ ਜਾਂਦਾ ਪਦਾਰਥਾਂ ਨੂੰ, ਤਾਂ ਉਹਨਾਂ ਨੂੰ ਫਿਲਟਰੇਸ਼ਨ ਪ੍ਰਕਿਰਿਆ ਵਿੱਚ ਕ੍ਰਾਸ ਕਰਾਇਆ ਜਾਂਦਾ ਹੈ। ਇਹ ਆਪਾਂ ਨੂੰ ਸਾਰਿਆਂ ਨੂੰ ਭਲੀ ਭਾਂਤੀ ਪਤਾ ਹੈ। ਤਾਂ ਇਸੇ ਤਰੀਕੇ ਨਾਲ ਜਦੋਂ ਉਹਨਾਂ ਦੇ ਵਿੱਚੋਂ ਕਈ ਜਿਹੜੀ ਸੁੱਕੀਆਂ ਚੀਜ਼ਾਂ ਤਿਆਰ ਕੀਤੀਆਂ ਨੇ, ਸੁੱਕੇ ਪਦਾਰਥ ਤਿਆਰ ਕੀਤੇ, ਤਾਂ ਉਹ ਡੀਹਾਈਡਰੇਸ਼ਨ ਦੇ ਲਾਸਟ ਵਿੱਚ ਤੁਹਾਨੂੰ ਡੀਹਾਈਡਰੇਸ਼ਨ ਹੋਰ ਚੰਗੀ ਤਰ੍ਹਾਂ ਪੜ੍ਹਾ ਦੂੰਗੀ। ਫਰੀਜ਼, ਸੁਕਾਉਣਾ, ਠੀਕ ਹੈ ਜੀ। ਡੀਹਾਈਡਰੇਸ਼ਨ ਦੇ ਮੈਥਡ ਦੇ ਵਿੱਚ ਜਿਵੇਂ ਕਿ ਲਾਈਓਫਿਲਾਈਜੇਸ਼ਨ, ਸੁੱਕੇ ਹੋਏ ਪਦਾਰਥਾਂ ਨੂੰ ਫਰੀਜ਼ ਕਰਕੇ ਵਰਤਿਆ ਜਾਂਦਾ, ਇਹ ਆਮ ਮੈਥਡ ਹੈ, ਅਤੇ ਮਾਈਕਰੋਬੀਅਲ ਵਿਕਾਸ ਨੂੰ ਖਤਮ ਕਰਦਾ ਹੈ। ਇਹ ਸਬਜ਼ੀਆਂ ਅਤੇ ਇੱਥੇ ਪਾਸਤੇ ਹੈ ਸਟੂਡੈਂਟਸ, ਪਾਸਤਾ ਖਾਂਦੇ ਹੋ ਨਾ ਸਾਰਿਆਂ ਨੇ ਤੁਸੀਂ, ਤੇ ਤੱਤਾ ਰਹਿ ਗਿਆ ਮੇਰੇ ਤੋਂ। ਪਾਸਤੇ ਦਾ ਵਿਸ਼ੇਸ਼ ਚੰਗੀ ਤਰ੍ਹਾਂ ਕੰਮ ਕਰਦਾ ਹੈ, ਠੀਕ ਹੈ ਜੀ। ਅੱਗੇ ਕਿੰਨੇ ਤਰ੍ਹਾਂ ਦੇ ਯੂਨਿਟ ਆਪਰੇਸ਼ਨ ਹੋ ਸਕਦੇ ਨੇ? 5 ਤਰ੍ਹਾਂ ਦੇ। ਸਭ ਤੋਂ ਪਹਿਲਾਂ ਜਿਹੜਾ FFP ਹੈ, ਜਿੱਥੇ ਸਟੂਡੈਂਟਸ ਕੋਈ ਲਿਕੁਇਡ ਤਿਆਰ ਕਰਿਆ ਜਾਂਦਾ ਹੈ, ਉਹਦੀ ਫਲੋ, ਜਿਵੇਂ ਤੁਸੀਂ ਸਾਰਿਆਂ ਨੂੰ ਪਤਾ ਹੈਗਾ ਦੁੱਧ ਦੇ ਪੈਕਟ ਬਣਦੇ ਨੇ ਸਟੂਡੈਂਟ, ਜਿਹੜਾ ਦੁੱਧ ਦਾ ਪਾਸਚਰਾਈਜੇਸ਼ਨ ਹੁੰਦੀ ਹੈ, ਉਹ ਫਲੂਇਡ ਫਲੋ ਪ੍ਰੋਸੈਸ ਹੈ। ਮਤਲਬ ਕੀ ਹੈ, ਜਿਹੜਾ ਤਰਲ ਪਦਾਰਥਾਂ ਨੂੰ ਇੱਕ ਤਿੱਖੀ ਪ੍ਰੋਸੈਸ ਦੇ ਵਿੱਚ ਦੀ ਗੁਜ਼ਾਰਿਆ ਜਾਂਦਾ ਹੈਗਾ। ਇਸੇ ਤਰੀਕੇ ਨਾਲ ਹੀਟ ਟਰਾਂਸਫਰ ਪ੍ਰੋਸੈਸ HTP, ਜਦੋਂ ਦੁੱਧ ਨੂੰ ਪਹਿਲਾਂ 100 ਡਿਗਰੀ 'ਤੇ ਗਰਮ ਕੀਤਾ ਜਾਂਦਾ ਹੈ ਅਤੇ ਫਿਰ 0 ਡਿਗਰੀ 'ਤੇ ਠੰਡਾ ਕੀਤਾ ਜਾਂਦਾ ਹੈ, ਜਿਹਨੂੰ ਪਾਸਚਰਾਈਜੇਸ਼ਨ, ਜਿਹੜਾ ਕਿ ਤੁਸੀਂ ਅਗਲੀ ਵੀਡੀਓ ਦੇ ਵਿੱਚ ਮੇਰਾ ਨਵਾਂ ਟੌਪਿਕ ਪੜ੍ਹੋਗੇ, ਮੈਂ ਕਰਵਾਉਂਗੀ ਚੰਗੀ ਤਰ੍ਹਾਂ, ਠੀਕ ਹੈ, ਪਾਸਚਰਾਈਜੇਸ਼ਨ। ਤਾਂ ਇੱਕ ਹੀਟ ਟਰਾਂਸਫਰ ਪ੍ਰੋਸੈਸ ਹੋ ਗਈ। ਫਿਰ ਮਾਸ ਟਰਾਂਸਫਰ ਪ੍ਰੋਸੈਸ, ਮਾਸ ਦਾ ਮਤਲਬ ਜੋ ਵੱਡੇ ਪੱਧਰ 'ਤੇ ਉਸ ਵਿੱਚ ਦੀ ਕ੍ਰਾਸ ਕਰਾਇਆ ਜਾਂਦਾ ਹੈ। ਫਿਰ ਥਰਮੋਡਾਇਨਿਕ ਪ੍ਰੋਸੈਸ, ਆਪਾਂ ਥਰਮਲ ਪ੍ਰੋਸੈਸ ਬਹੁਤ ਚੰਗੀ ਤਰ੍ਹਾਂ ਕੀਤੀ ਹੈ, TP ਬੋਲਦੇ ਨੇ। ਮਕੈਨੀਕਲ ਪ੍ਰੋਸੈਸ MP। ਬਾਰ-ਬਾਰ ਸਟੂਡੈਂਟ ਸਾਨੂੰ ਉੱਪਰੋਂ ਹਦਾਇਤਾਂ ਆ ਰਹੀਆਂ ਨੇ ਕਿ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਜਿਹੜੇ ਕੁਐਸਚਨਸ ਨੇ ਉਹ ਕਰਵਾਏ ਜਾਣ, ਤਾਂ ਜੋ ਬੱਚਾ ਔਨਲਾਈਨ ਆਪਣੀ ਪੜ੍ਹਾਈ ਨੂੰ ਬਰਕਰਾਰ ਰੱਖੇ। ਜਦੋਂ ਤੁਸੀਂ ਕਲਾਸ ਵਿੱਚ ਪੜ੍ਹਨ ਲੱਗ ਜਾਓਗੇ ਤਾਂ ਤੁਹਾਨੂੰ ਇਹਨਾਂ ਸਾਰਿਆਂ ਦੇ ਚਿੱਤਰ ਵੀ ਬਣਵਾਏ ਜਾਣਗੇ, ਇਸ ਨੂੰ ਇੱਕ ਦੋ ਲਾਈਨ ਐਕਸਪਲੇਨ ਵੀ ਕਰਾਇਆ ਜਾਏਗਾ। ਪਰ ਅੱਜ ਦੇ ਸਮੇਂ ਦੇ ਅਨੁਸਾਰ ਤੁਸੀਂ ਸਾਰੇ ਵਿਦਿਆਰਥੀ ਇਹ ਸਿਰਫ ਐਬਰੀਵੇਸ਼ਨ ਦੀ ਤਰ੍ਹਾਂ, ਪੱਕੇ ਨਾਮ ਦੀ ਤਰ੍ਹਾਂ ਯਾਦ ਕਰ ਲਓ ਸਟੂਡੈਂਟਸ। FFP ਕੀ ਹੁੰਦਾ ਹੈ, HTP ਕੀ ਹੈ, MTP ਕੀ ਹੈ, TP ਔਰ MP ਕੀ ਹੈ, ਮਕੈਨੀਕਲ ਪ੍ਰੋਸੈਸ। ਇਹ ਸਟੂਡੈਂਟਸ ਮੈਂ ਇੰਗਲਿਸ਼ ਲਿਖਿਆ, ਨਾਲ ਇਹਦਾ ਪੰਜਾਬੀ ਅਨੁਵਾਦ ਨਾਲ ਦੀ ਨਾਲ ਦਿਖਾ ਦਿੰਦੀ ਹਾਂ, ਟੈਨਸ਼ਨ ਨਾ ਲਈਓ।
ਆ ਸੀਗਾ ਪੰਜਾਬੀ ਅਨੁਵਾਦ। ਇਕਾਈ ਦੇ ਕੰਮ ਵਿੱਚ ਸਿਰਫ ਸਰੀਰਕ ਤਬਦੀਲੀ ਹੁੰਦੀ ਹੈ ਅਤੇ ਕੋਈ ਰਸਾਇਣਿਕ ਤਬਦੀਲੀ ਨਹੀਂ ਹੁੰਦੀ। ਅਸੀਂ ਕਹਿ ਸਕਦੇ ਹਾਂ ਕਿ ਕੋਈ ਰਸਾਇਣਿਕ ਕਿਰਿਆ ਨਹੀਂ ਹੁੰਦੀ। ਆ ਦੇਖੋ ਇਸ਼ਾਨ, ਉਹ ਜਿਵੇਂ ਤੁਸੀਂ ਸਾਰੇ ਬੱਚੇ ਇੰਗਲਿਸ਼ 'ਚ ਪੜ੍ਹ ਕੇ ਦੇਖੋ, ਦ ਯੂਨਿਟ ਆਪਰੇਸ਼ਨ ਓਨਲੀ ਫਿਜ਼ੀਕਲ ਚੇਂਜਿਸ ਟੇਕ ਪਲੇਸ, ਨੋ ਕੈਮੀਕਲ ਚੇਂਜ ਟੇਕ ਪਲੇਸ। ਸਟੂਡੈਂਟ ਮੰਨ ਲਓ ਕਿ ਤੁਸੀਂ ਸੋਚੋ ਵੀ ਜਿੱਥੇ ਜੂਸ ਬਣ ਰਿਹਾ, ਕਿੱਥੇ ਪਹਿਲਾਂ ਜੂਸ ਦਾ ਕੋਈ ਫਰੂਟ ਸੀ, ਠੀਕ ਹੈ, ਫਿਰ ਫਰੂਟ ਦੀ ਧੋਇਆ ਗਿਆ ਹੋਊਗਾ, ਫਿਰ ਫਰੂਟ ਨੂੰ ਕਟਿੰਗ ਹੋਈ ਹੋਊਗੀ, ਫਿਰ ਚੌਪ ਹੋਇਆ ਹੋਊਗਾ, ਤਾਂ ਜਿਹੜੀਆਂ ਉਹਦੀਆਂ ਫਿਜ਼ੀਕਲ ਸਟੇਜਿਸ ਚੇਂਜ ਹੋ ਰਹੀਆਂ ਨੇ। ਤਾਂ ਲੇਕਿਨ ਜਿਹੜਾ ਮੈਂਗੋ ਹੈ, ਔਰੇਂਜ ਹੈ, ਕੋਈ ਐਪਲ ਹੈ, ਕਿਸੇ ਤਰ੍ਹਾਂ ਦਾ ਵੀ ਜੂਸ, ਉਹਦੇ ਵਿੱਚੋਂ ਐਂ ਤਾਂ ਨਹੀਂ ਹੈਗਾ ਵੀ ਕੁਝ ਹੋਰ ਬਣ ਜੂਗਾ, ਤਾਂ ਕੈਮੀਕਲ ਚੇਂਜਿਸ ਤਾਂ ਨਹੀਂ ਆਉਂਦੀਆਂ। ਫੂਡ ਪ੍ਰੋਡਕਟ ਤਾਂ ਉਹੀ ਸੇਮ ਰਹੂਗਾ ਜਿਹੜੇ ਪਹਿਲੇ ਸਮੇਂ ਤੋਂ ਚੱਲ ਰਹੇ ਸੀ। ਹਾਂ, ਲੇਕਿਨ ਉਹਦੀ ਕੀ ਹੋਏਗੀਆਂ, ਚੇਂਜਿਸ ਆਈ ਜਾਣਗੀਆਂ ਸਟੂਡੈਂਟਸ। ਚੇਂਜਿਸ ਤਾਂ ਇੰਗਲਿਸ਼ 'ਚ ਜ਼ਿਆਦਾ ਕਲੈਰਿਟੀ ਹੈ, ਫਿਜ਼ੀਕਲ ਚੇਂਜਿਸ, no chemical changes. We can say no chemical reaction take place. Evaporation, distillation, liquid extraction, drying, size reduction, crystallization are the examples of unit operation. Clarity? Students, ਪੰਜਾਬੀ ਵੀ ਹੈ ਨਾਲ ਇੰਗਲਿਸ਼ ਵੀ ਹੈ, ਤਾਂ ਮੇਰੇ ਮੁਤਾਬਿਕ ਤੁਸੀਂ ਦੋਨੋਂ ਸ਼ਬਦ ਪੜ੍ਹ ਲਓਗੇ, ਤੁਹਾਨੂੰ ਸਾਰੀ ਕਲੈਰਿਟੀ ਹੋ ਜੂਗੀ ਕਿ ਕੀ ਸ਼ਬਦ ਕਹਿਣਾ ਚਾਹੁੰਦਾ ਹੈਗਾ। ਠੀਕ ਹੈ ਬੱਚਿਓ, ਮੈਂ ਬਾਰ-ਬਾਰ ਕਹੀ ਜਾਂਦੀ ਹਾਂ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਰ੍ਹਾਂ ਦੀ ਮੁਸੀਬਤ ਹੋਈ ਜਾਂ ਦਿੱਕਤ ਆਵੇ ਤਾਂ ਮੈਨੂੰ ਫੋਨ ਕਰ ਲਓ, ਜਾਂ ਫਿਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਭੇਜ ਦਿਓ, ਤਾਂ ਕਿ ਮੈਂ ਤੁਹਾਡੀ ਦਿੱਕਤ ਨੂੰ ਦੂਰ ਕਰ ਸਕਾਂ। ਕਿਉਂਕਿ ਸਟੂਡੈਂਟਸ, ਆਪਾਂ ਨੂੰ ਪਤਾ ਆਪਣੇ ਪੇਪਰ ਆ ਗਏ ਨੇ, ਔਨਲਾਈਨ ਪੇਪਰ ਹੋਣਾ ਆਪਣਾ। ਅੱਗੇ ਜਨਰਲ ਪ੍ਰਿੰਸੀਪਲਸ ਉਹ ਕਿੰਨੇ ਹੁੰਦੇ ਨੇ, ਠੀਕ ਹੈ, 6 ਬੇਸਿਕ ਪ੍ਰਿੰਸੀਪਲਸ ਨੇ। ਮੋਇਸਚਰ ਰਿਮੂਵਲ ਹੈ, ਹੀਟ ਹੈ, ਲੋ ਟੈਂਪਰੇਚਰ ਹੈ, ਐਸਿਡਿਟੀ ਕੰਟਰੋਲ ਹੈ, ਟਰਡੀਸ਼ਨਲ ਨੌਨ ਥਰਮਲ ਮੈਥਡ ਹੈ, ਇਨੋਵੇਸ਼ਨ ਨੌਨ ਥਰਮਲ। ਤਾਂ ਬਾਰ-ਬਾਰ ਸਾਨੂੰ ਉੱਪਰੋਂ ਹਦਾਇਤ ਆ ਰਹੀ ਹੈ ਕਿ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਛੋਟੇ ਕੁਐਸਚਨਸ ਜ਼ਿਆਦਾ ਕਰਾਏ ਜਾਣ, ਅਤੇ ਇਹਨਾਂ ਦਾ ਐਕਸਪਲੇਨੇਸ਼ਨ ਬਾਅਦ ਵਿੱਚ ਜਾਂ ਚਿੱਤਰ ਰਾਹੀਂ ਤਿਆਰ ਕਰਾਇਆ ਜਾਊਗਾ ਜਦੋਂ ਆਪਾਂ ਪ੍ਰੈਕਟੀਕਲਸ ਕਰ ਲਾਂਗੇ। ਜਨਰਲ ਪ੍ਰਿੰਸੀਪਲ ਆਪਾਂ ਨੇ ਯਾਦ ਕਰ ਲਿਆ, ਜਦੋਂ ਨਮੀ ਖਤਮ ਕੀਤੀ ਜਾਵੇ, ਉਸ ਨੂੰ ਬਹੁਤ ਚੰਗੀ ਹੀਟ ਦਿੱਤੀ ਜਾਵੇ, ਘੱਟ ਤਾਪਮਾਨ 'ਤੇ ਤਿਆਰ ਕੀਤਾ ਜਾਵੇ, ਉਹਦੇ ਵਿੱਚ ਪਾਇਆ ਜਾਣ ਵਾਲਾ ਐਸਿਡ ਹੈ ਉਹਨੂੰ ਕੰਟਰੋਲ ਕੀਤਾ ਜਾਵੇ, ਜਾਂ ਜਿਹੜੀਆਂ ਸਾਡੀਆਂ ਪੁਰਾਣੀਆਂ ਤਕਨੀਕਾਂ ਦੇ ਅਨੁਸਾਰ ਥਰਮਲ ਪ੍ਰੋਸੈਸ ਅਤੇ ਨਵੀਆਂ ਤਕਨੀਕਾਂ ਦੇ ਰਾਹੀਂ ਤਿਆਰ ਕੀਤਾ ਜਾਵੇ। ਅੱਗੇ ਸਟੂਡੈਂਟਸ, ਸਭ ਤੋਂ ਇੰਪੋਰਟੈਂਟ ਚੀਜ਼ ਕਿ ਜਿੰਨਾ ਵੀ ਫੂਡ ਪ੍ਰੋਸੈਸਿੰਗ ਯੂਨਿਟ ਹੈ, ਵੈਸੇ ਤਾਂ ਸਟੂਡੈਂਟਸ ਹਰ ਜਗ੍ਹਾ 'ਤੇ ਇਹ ਜ਼ਰੂਰੀ ਹੈ, ਪਰ ਅੱਜ ਦੇ ਸਮੇਂ ਦੀ ਡਿਮਾਂਡ, ਅੱਜ ਦੀ ਮੁਸ਼ਕਿਲ ਘੜੀ ਸਾਨੂੰ ਇਹ ਦੱਸਦੀ ਹੈ ਕਿ ਆਪਾਂ ਨੂੰ ਸਫਾਈ ਕਿੰਨੀ ਜ਼ਰੂਰੀ ਹੈ। ਪਾਰਕਰ ਕਹਿੰਦੇ ਨੇ ਕਿ ਜਿਹੜੇ ਵੀ ਅਣਚਾਹੇ ਪਦਾਰਥਾਂ ਨੂੰ ਮੁਕੰਮਲ ਤੌਰ 'ਤੇ ਹਟਾਉਣ ਦੀ ਪਰਿਭਾਸ਼ਾ ਦਿੱਤੀ ਗਈ ਹੈ। ਇਹਨਾਂ ਨੂੰ ਮਿੱਟੀ ਹਟਾਉਣ ਅਤੇ ਸੈਨੀਟਾਈਜ਼ਰ ਪ੍ਰਭਾਵਸ਼ਾਲੀ ਵਰਕ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਸਵੱਛ ਵਾਤਾਵਰਨ ਨੂੰ ਪ੍ਰਾਪਤ ਕਰਨ ਲਈ 7 ਜ਼ਰੂਰੀ ਕਦਮ ਸ਼ਾਮਿਲ ਹਨ। ਨੰਬਰ 1 'ਤੇ ਨਿਰੀਖਣ, ਠੀਕ ਹੈ, ਫਿਰ ਉਹਨੂੰ ਕੀ ਕਰਨਾ ਹੈ, ਪਹਿਚਾਣ ਕਰਨੀ ਹੈ, ਫਿਰ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਤਰੁੱਟੀ ਨਾ ਆ ਜੇ, ਫਿਰ ਉੱਥੇ ਜਿੰਨੀ ਸਵੀਪਿੰਗ ਕਿਵੇਂ, ਸਾਫ਼ ਸਫਾਈ ਕਿਵੇਂ ਹੈ, ਅਤੇ ਜਿਹੜੇ ਵਿਦਿਆਰਥੀ ਕਾਮੇ ਨੇਗੇ ਉੱਥੇ ਜਿੰਨਾ ਉਹਨਾਂ ਦੀ ਸਫਾਈ ਦਾ, ਪਰਸਨਲੀ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ, ਤਾਂ ਇਹ ਇੱਕ ਇਨਸਾਨ ਦੇ ਆਲੇ ਦੁਆਲੇ ਦੀ ਜਿੰਨੀ ਸਵੱਛਤਾ ਦੀ ਜ਼ਰੂਰਤ ਹੈ ਉਨੀ ਸਫਾਈ ਦੀ ਜ਼ਰੂਰਤ ਹੈ। ਇਸੇ ਕਰਕੇ ਸੈਨੀਟੇਸ਼ਨ ਕੀ ਹੈ, ਸੈਨੀਟੇਸ਼ਨ ਜਾਂ ਸਵੱਛਤਾ ਅਤੇ ਕਾਰਜਾਂ ਦੀ ਪ੍ਰਭਾਵਸ਼ਾਲੀ ਵਰਤੋਂ ਜੋ ਸਾਡੇ ਵਾਤਾਵਰਨ ਨੂੰ ਤੰਦਰੁਸਤ ਰੱਖਦੀ ਹੈ। ਇਹਨਾਂ ਵਿੱਚ ਕੂੜਾ ਕਰਕਟ, ਖਾਣਾ ਤਿਆਰ ਕਰਨਾ, ਵਾਸ਼ਿੰਗ ਸਟੇਸ਼ਨ ਜਿੱਥੇ ਆਪਣੀ ਸਾਰੀ ਚੀਜ਼ ਦੀ ਧੋਈ ਕੀਤੀ ਜਾਂਦੀ ਹੈ। ਜਦੋਂ ਕੱਚਾ ਮਾਲ ਆਉਂਦਾ, ਸਭ ਤੋਂ ਪਹਿਲਾਂ ਉਹਨੂੰ ਕੀ ਕੀਤਾ ਜਾਂਦਾ, ਕਲੀਨਿੰਗ ਕੀਤੀ ਜਾਂਦੀ ਹੈਗੀ ਹੈ। CIP ਤੁਸੀਂ ਸਾਰੇ ਬੱਚਿਆਂ ਨੇ +1 ਦੇ ਵਿੱਚ ਬਹੁਤ, ਮੈਂ ਅੱਗੇ ਵੀ ਆਊਗਾ, CIP ਤੁਸੀਂ ਬਹੁਤ ਕਲੀਨ ਇਨ ਪਲੇਸ ਵਾਲਾ ਬਹੁਤ ਵਧੀਆ ਟੌਪਿਕ ਪੜ੍ਹਿਆ ਹੋਇਆ ਹੈਗਾ। ਤਾਂ ਇਹ ਸਾਰੀਆਂ ਚੀਜ਼ਾਂ ਇੱਕ ਵਿਅਕਤੀ ਦੀਆਂ ਨਿੱਜੀ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਬੱਚੋ। ਤਾਂ ਅਗਲਾ ਜਿਹੜਾ ਟੌਪਿਕ ਆ ਗਿਆ, ਸੈਨੀਟੇਸ਼ਨ ਦੇ 7 ਕਦਮ। ਸੈਨੀਟੇਸ਼ਨ ਦੇ 7 ਕਦਮ ਕੀ ਹੈ, ਸੈਨਿਟੀ ਦੇ ਕਿਹੜਾ, ਸਭ ਤੋਂ ਪਹਿਲਾਂ ਨਿਰੀਖਣ ਆਊਗਾ, ਫਿਰ ਪਹਿਚਾਣ ਆਊਗੀ, ਫਿਰ ਉਸ ਤੋਂ ਬਾਅਦ ਉਪਕਰਨ, ਜਿੰਨੇ ਵੀ ਉੱਥੇ ਇੰਸਟਰੂਮੈਂਟਸ ਯੂਜ਼ ਕੀਤੇ ਜਾਂਦੇ ਨੇ ਉਹਨੂੰ ਦੁਬਾਰਾ ਥੋੜ੍ਹਾ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਤੁਹਾਨੂੰ ਪੁਆਇੰਟਸ ਯਾਦ ਹੋ ਜਾਣ। ਫਿਰ ਉਸ ਤੋਂ ਸਵੀਪਿੰਗ, ਫਲਸ਼ਿੰਗ, ਧੋਣਾ, ਰਿੰਗਿੰਗ, ਠੀਕ ਹੈ ਜੀ, ਰੋਗਾਣੂ ਮੁਕਤ ਕਰਨਾ, ਅਤੇ ਹਵਾ ਡਰਾਈ ਮਤਲਬ ਡੀਹਾਈਡਰੇਸ਼ਨ ਹੈ ਸਟੂਡੈਂਟਸ। ਜਦੋਂ ਪੰਜਾਬੀ ਅਨੁਵਾਦ ਕਰ ਦਿੰਦੇ ਹਾਂ ਥੋੜ੍ਹਾ ਜਿਹਾ ਉਹਦੀ ਚੇਂਜਿਸ ਆ ਜਾਂਦੀਆਂ ਨੇਗੀਆਂ। ਲਾਸਟ ਪ੍ਰਮਾਣਿਕਤਾ ਜਿਹੜੀ ਕਿ ਉਹਨੂੰ ਇੱਕ ਤਰ੍ਹਾਂ ਸਰਟੀਫਿਕੇਟ ਮਿਲ ਜੂਗਾ ਕਿ ਹਾਂਜੀ ਇਹ ਕੰਮ ਹੋ ਗਿਆ ਹੈ।
ਇੱਕ ਕੁਐਸਚਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਸਫਾਈ ਦੇ 7 ਕਦਮ। ਜਿਹੜੀਆਂ ਮਸ਼ੀਨਾਂ ਤੁਸੀਂ ਦੂਜੀਆਂ ਮਸ਼ੀਨਾਂ ਨੂੰ ਸਾਫ਼ ਕਰਨ ਲਈ ਵਰਤਦੇ ਹੋ, ਸ਼ਾਇਦ ਉਹਨਾਂ ਨਾਲ ਮਿਲਦੀਆਂ ਜੁਲਦੀਆਂ ਹਨ ਜੋ ਕਿ ਤੁਸੀਂ ਆਪਣੀ ਸਾਰੀਆਂ ਮਸ਼ੀਨਾਂ ਵਿੱਚ ਲੱਭੀਆਂ ਗੁਣਾਂ ਨੂੰ ਛੋਟੀ ਸੂਚੀ 'ਤੇ ਵਿਚਾਰ ਕਰੋ। ਜਿਵੇਂ ਕਿ ਅਸੀਂ ਪਹਿਲਾਂ ਆਪਣੇ ਹੱਥ ਧੋਂਦੇ ਹਾਂ, ਫਿਰ ਹੱਥਾਂ ਨੂੰ ਸਟਰਲਾਈਜ਼ ਕਰਦੇ ਹਾਂ, ਫਿਰ ਜਿਹੜੀ ਚੀਜ਼ ਬਣਾਉਣੀ ਆ ਉਸ ਨੂੰ ਧੋਂਦੇ ਹਾਂ, ਫਿਰ ਉਸ ਧੋ ਕੇ ਫਿਰ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਹਾਂ। ਤਾਂ ਉਹ ਸਾਫ਼ ਕਰਨ ਵਾਲਾ ਜਿਹੜਾ ਕੱਪੜਾ ਹੈ ਜਾਂ ਕੋਈ ਵੀ ਇੰਸਟਰੂਮੈਂਟ ਹੈ ਉਹ ਵੀ ਪਹਿਲਾਂ ਪੂਰੀ ਤਰ੍ਹਾਂ ਕੀ ਹੋਣਾ ਚਾਹੀਦਾ ਹੈ, ਸਟਰਲਾਈਜ਼ਡ ਹੋਣਾ ਚਾਹੀਦਾ। ਇਹਦਾ ਮਤਲਬ ਇਹ ਹੈ। ਤਾਂ ਆ ਗਿਆ ਉਹੀ ਚੀਜ਼ ਜਿਹੜੀ ਮੈਂ ਤੁਹਾਨੂੰ ਕਹਿ ਰਹੀ ਸੀ, ਸਫਾਈ ਲਈ ਕੀ ਹੈ, ਕਲੀਨ ਇਨ ਪਲੇਸ। ਇਹ ਤੁਸੀਂ ਬਹੁਤ ਤਰ੍ਹਾਂ +1 'ਚ ਪੜ੍ਹ ਚੁੱਕੇ ਹੋ। ਚਲੋ ਅੱਜ ਫਿਰ ਇੱਕ, ਕਿਉਂਕਿ ਹੁਣ ਬੱਚਿਓ ਬਾਰ-ਬਾਰ ਕਿ ਆਪਾਂ ਨੂੰ ਹਜੇ ਜ਼ਿਆਦਾ ਤੋਂ ਜ਼ਿਆਦਾ ਕੁਐਸਚਨਸ ਨੂੰ ਕਿਊਜ਼ ਦੀ ਤਰ੍ਹਾਂ ਜਾਂ ਸ਼ਾਰਟ ਫਾਰਮ ਦੀ ਤਰ੍ਹਾਂ ਯਾਦ ਕਰਨਾ ਹੈ। ਵੱਡੇ ਕੁਐਸਚਨ ਹਜੇ ਅਸੀਂ ਤੁਹਾਨੂੰ ਨਹੀਂ ਕਰਾ ਸਕਦੇ। ਤਾਂ CIP, ਠੀਕ ਹੈ ਜੀ, CIP ਕਲੀਨ ਇਨ ਪਲੇਸ। ਤਾਂ ਜਦੋਂ ਤੁਹਾਡੇ ਕੋਲ ਕਿਊਜ਼ ਆਊਗਾ ਤਾਂ ਤੁਹਾਨੂੰ ਪਤਾ ਹੋ ਜਾਣਾ ਚਾਹੀਦਾ ਹੈ ਕਿ ਕਲੀਨ ਇਨ ਪਲੇਸ ਵੀ ਇਸ ਨੂੰ ਕਹਿ ਸਕਦੇ ਹੋ। ਠੀਕ ਹੈ, ਡਿਜ਼ਾਈਨ 'ਤੇ ਨਿਰਭਰ ਕਰਦਾ ਹੈ ਅਤੇ ਆਪਣੀ ਡਿਪੈਂਡ ਕਰਦਾ ਕਿ ਤੁਸੀਂ ਕਿਸ ਤਰ੍ਹਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੜ੍ਹਦੇ ਹੋ। ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਇਹਨਾਂ ਸਾਰੀਆਂ ਪ੍ਰੋਸੈਸ ਨੂੰ ਪੜ੍ਹਦੇ, ਵੀ ਡਰਨ ਦੀ ਲੋੜ ਨਹੀਂ ਸਟੂਡੈਂਟਸ, ਮੈਨੇ ਸਿਰਫ ਇੰਗਲਿਸ਼ ਦੀ ਪ੍ਰੋਗਰਾਮ ਨੂੰ ਦਿਖਾਉਣਾ, ਕਿਉਂਕਿ ਜਦੋਂ ਪੰਜਾਬੀ ਅਨੁਵਾਦ ਕਰਦੇ ਹਾਂ ਤਾਂ ਥੋੜ੍ਹੀ ਜਿਹੀ ਉਹਦੀ ਹੈਂਡਲਿੰਗ ਵੱਧ ਜਾਂ ਖਰਾਬ ਜਿਹੀ ਹੋ ਜਾਂਦੀ ਹੈ, ਸ਼ਬਦ ਥੋੜ੍ਹੇ ਚੇਂਜ ਹੋ ਜਾਂਦੇ ਨੇ। ਤਾਂ ਕਰਕੇ ਤੁਹਾਨੂੰ ਐਵੇਂ ਲੱਗ ਰਿਹਾ ਹੋਊਗਾ ਜਿਵੇਂ ਫੂਡ ਪ੍ਰੋਸੈਸਿੰਗ ਜਾਂ ਫੂਡ ਹੈਂਡਲਿੰਗ ਆਪਰੇਸ਼ਨ ਦੀਆਂ ਕਿਸਮਾਂ, ਭੋਜਨ ਸਵੱਛਤਾ ਵਿੱਚ ਨੰਬਰ 1 ਦਾ ਹੀ ਧਿਆਨ ਰੱਖਣ ਵਾਲੇ ਲੋਕ ਹਨ। ਤਾਂ ਸਟੂਡੈਂਟਸ ਇਹ ਥੋੜ੍ਹੀ ਜਿਹੀ ਨਾ ਗੂਗਲ ਇਹਨੂੰ ਐਂ ਕਰ ਦਿੰਦਾ, ਪਰ ਤੁਸੀਂ ਇੱਧਰ ਜਾਣ ਦੀ ਬਜਾਏ ਇੱਧਰ ਇੰਗਲਿਸ਼ 'ਚ ਪੜ੍ਹ ਲਓ। ਮੈਂ ਤੁਹਾਨੂੰ ਉੱਧਰ ਤੁਸੀਂ ਪੜ੍ਹ ਲਿਓ ਆਪਣੇ ਆਪ, ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਕਿ ਨੰਬਰ 1 'ਤੇ ਜਿੰਨੀਆਂ ਵੀ ਸੈਨੀਟੇਸ਼ਨਸ ਰੱਖਣੀਆਂ ਪੈਂਦੀਆਂ ਨੇ ਉਹ ਕੌਣ ਰੱਖਣਗੇ, ਲੋਕ ਰੱਖਣਗੇ। ਨੰਬਰ ਆਫ ਕੰਸੀਡਰੇਸ਼ਨ ਇਨ ਫੂਡ ਸੈਨੀਟੇਸ਼ਨ ਇਜ਼ ਪੀਪਲ। ਤਾਂ ਲੋਕਾਂ ਦੁਆਰਾ ਹੀ ਸਭ ਤੋਂ ਪਹਿਲਾਂ ਸੈਨੀਟੇਸ਼ਨ ਰੱਖਣੀ ਪਊ। ਇਟ ਇਜ਼ ਪੀਪਲ ਹੂ ਸੈਟ ਦਾ ਰੂਲਸ, ਫੋਲੋ ਦਾ ਰੂਲਸ ਐਂਡ ਆਲਸੋ ਬ੍ਰੇਕ ਦਾ ਰੂਲਸ। ਲੋਕ ਹੀ ਪਹਿਲਾਂ ਸੈੱਟ ਕਰਦੇ ਨੇ ਕਿ ਆਪਾਂ ਰੂਲਸ ਅਪਣਾਉਣੇ ਨੇ, ਫਿਰ ਉਹਨਾਂ ਨੂੰ ਮੰਨਣਾ ਜਾਂ ਉਹਨਾਂ ਨੂੰ ਤੋੜਨਾ। ਆਪਾਂ ਨੂੰ ਸਾਰਿਆਂ ਨੂੰ ਪਤਾ ਅੱਜ ਦੇ ਸਮੇਂ ਵਿੱਚ ਮਾਸਕ ਲਗਾਉਣਾ ਜ਼ਰੂਰੀ ਹੈ, ਹੱਥਾਂ ਨੂੰ ਸੈਨੀਟਾਈਜ਼ ਕਰਨਾ ਜ਼ਰੂਰੀ ਹੈ, ਪਰ ਫਿਰ ਵੀ ਸਟੂਡੈਂਟਸ ਆਪਾਂ ਨੂੰ ਕਿੰਨੇ % ਆਪਾਂ ਉਹਨੂੰ ਫੋਲੋ ਕਰਦੇ ਹਾਂ ਉਹ ਆਪਣੇ 'ਤੇ ਨਿਰਭਰ ਕਰਦਾ। ਤਾਂ ਆਪਣੀ ਫੂਡ ਪ੍ਰੋਸੈਸਿੰਗ ਤਾਂ ਪਹਿਲਾਂ ਹੀ ਦੇਖੋ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਸਿਖਾ ਰਹੀ ਹੈ। ਮੈਂ ਬਾਰ-ਬਾਰ ਕਹਿੰਦੀ ਹਾਂ ਸਟੂਡੈਂਟ, ਤੁਹਾਡੀ ਟ੍ਰੇਡ ਤਾਂ ਤੁਹਾਨੂੰ ਪਹਿਲਾਂ ਹੀ ਇਹਨਾਂ ਸਾਰੀਆਂ ਚੀਜ਼ਾਂ ਲਈ ਤਿਆਰ ਕਰੀ ਬੈਠੀ ਹੈ, ਪਰ ਆਪਾਂ ਇਹਨਾਂ ਨੂੰ ਸਮਝ ਨਹੀਂ ਰਹੇ। ਇਹ ਸੈਨੀਟੇਸ਼ਨ ਪ੍ਰੋਗਰਾਮ ਇਜ਼ ਗੁੱਡ ਐਟੀਟਿਊਡ, ਵਿਲਨੈਸ ਐਂਡ ਐਫਰਟ ਆਫ। ਹੁਣ ਜਿਹੜੀਆਂ ਇਹ ਸਾਰੇ ਆਪਾਂ ਨੋਰਮਸ ਨੇ ਜਾਂ ਜਿਹੜੀਆਂ ਰੂਲ ਰੈਗੂਲੇਸ਼ਨਸ ਨੇ ਉਹ ਆਪਣਾ ਕੀ ਕਰਦੀਆਂ ਨੇ, ਇੱਕ ਆਪਣੀ ਸ਼ਖਸੀਅਤ ਨੂੰ ਦਿਖਾਉਂਦੀਆਂ ਨੇ, ਐਟੀਟਿਊਡ ਦਿਖਾਉਂਦੀਆਂ ਨੇ ਕਿ ਇਹਨਾਂ ਨੂੰ ਇਹ ਚੀਜ਼ ਦੀ ਸਮਝ ਹੈ, ਅਕਲ ਹੈ। ਦੈਟਸ ਇਜ਼ ਵਾਈ ਮੋਸਟ ਇੰਪੋਰਟੈਂਟ ਐਸਪੈਕਟ ਸੈਨੀਟੇਸ਼ਨ ਪ੍ਰੋਗਰਾਮ ਇਜ਼ ਗੋਇੰਗ ਪਰਸਨਲ ਟ੍ਰੇਨਿੰਗ। ਜਿਵੇਂ ਹੁਣ ਤੁਹਾਨੂੰ ਵੀ ਪਤਾ ਤੁਹਾਡੇ ਟੀਚਰਸ ਦੀ ਵੀ ਸਾਡੀ ਸਾਰਿਆਂ ਦੀ ਡਿਊਟੀ ਦੁਬਾਰਾ ਲੱਗੀ ਹੈ ਕਿ ਜਾ ਕੇ ਪਿੰਡ ਦੇ ਵਿੱਚ ਜਾਂ ਘਰ ਦੇ ਵਿੱਚ ਜਾ ਕੇ ਦੁਬਾਰਾ ਦੱਸੋ ਕਿ ਕੋਵਿਡ-19 ਤੋਂ ਬਚਣ ਲਈ ਕੀ ਕਰਨਾ ਹੈ, ਕਿਵੇਂ ਕਰਨਾ ਹੈ ਅਤੇ ਕਿਸ ਤਰ੍ਹਾਂ ਮਾਸਕ ਲਾ। ਤਾਂ ਉਹ ਸਾਰੀਆਂ ਚੀਜ਼ਾਂ ਪਰਸਨਲ ਟ੍ਰੇਨਿੰਗ ਦੇ ਰੂਪ ਵਿੱਚ ਆਉਂਦੀਆਂ ਨੇ। ਇਟ ਇਜ਼ ਅਸੈਂਸ਼ੀਅਲ ਦੈਟ ਦਾ ਫੁੱਲ ਮੀਨਿੰਗ ਆਫ ਸੈਨੀਟੇਸ਼ਨ, ਜਿਹਨੂੰ ਕਿ ਆਪਾਂ ਸੈਨੀਟੇਸ਼ਨ ਦੇ ਨਾਮ ਨਾਲ, ਪਰਸਨਲ ਕਲੀਨਿਨੈਸ ਮਸਟ ਬੀ ਅਟੇਨਡ, ਮਸਟ ਬੀ ਮੇਨਟੇਨਡ। ਇੱਕ ਵਿਅਕਤੀ ਜੇਕਰ ਆਪਣੇ ਆਪ ਨੂੰ ਸਹੀ, ਖੁਸ਼ ਅਤੇ ਸਾਫ਼ ਸੁਥਰਾ ਰੱਖਦਾ ਹੈ ਤਾਂ ਉਹ ਆਪਣੇ ਆਪ ਨੂੰ ਸਮਝ ਲਓ ਕਿ ਪੂਰੇ ਸੰਸਾਰ ਨੂੰ ਸਹੀ ਤਰੀਕੇ ਨਾਲ ਚਲਾ ਰਿਹਾ ਹੈ। ਸੈਨੀਟਰੀ ਪ੍ਰੋਟੈਕਟਿਵ ਕਲੋਥਿੰਗ, ਹੇਅਰ ਕਵਰਿੰਗ, ਜਿਵੇਂ ਆਪਾਂ ਕਹਿੰਦੇ ਹਾਂ ਕਿ ਬਾਲ ਕੀ ਹੋਣੇ ਚਾਹੀਦੇ, ਢਕੇ ਹੋਣੇ ਚਾਹੀਦੇ ਨੇ, ਠੀਕ ਹੈ, ਹੈੱਡ ਕਵਰ ਚੜ੍ਹਿਆ ਹੋਣਾ ਚਾਹੀਦਾ, ਆਪਣੇ ਗਲਵਸ ਪਾਏ ਹੋਣੇ ਚਾਹੀਦੇ ਨੇ। ਇਹ ਸਾਰੀਆਂ ਚੀਜ਼ਾਂ ਸਟੂਡੈਂਟਸ ਮੈਨੇ ਪੰਜਾਬੀ ਦੇ ਵਿੱਚ ਵੀ ਲਿਖਤੀਆਂ ਤੁਹਾਡੇ ਵਾਸਤੇ, ਤਾਂ ਤੁਸੀਂ ਪੰਜਾਬੀ 'ਚ ਵੀ ਪੜ੍ਹ ਲਓ ਔਰ ਇੰਗਲਿਸ਼ 'ਚ ਵੀ ਪੜ੍ਹ ਲਓ। ਲਾਸਟ, ਜਿੰਨੇ ਵੀ ਯੂਨਿਟ ਆਪਰੇਸ਼ਨ ਦੇ ਵਿੱਚ ਕਰਮਚਾਰੀ ਹੁੰਦੇ ਨੇ ਉਹਨਾਂ ਕਰਮਚਾਰੀਆਂ ਦੇ ਲਈ ਇਹ ਸਾਰੇ ਰੂਲਸ ਰੈਗੂਲੇਸ਼ਨਸ ਅਪਣਾਉਣੇ ਬਹੁਤ ਜ਼ਰੂਰੀ ਨੇ। ਇੱਥੋਂ ਤੱਕ ਕਿ ਉਹਨਾਂ ਜਿਹੜੇ ਘੜੀਆਂ ਨੇ, ਗਹਿਣੇ, ਮੀਨਸ ਕੋਈ ਵੀ ਰਿੰਗ ਵਗੈਰਾ ਉਹ ਨਹੀਂ ਪਾਈ ਹੋਣੀ ਚਾਹੀਦੀ। ਮੈਂ ਤੁਹਾਨੂੰ ਇੰਗਲਿਸ਼ ਵਾਲੀ ਵੀਡੀਓ ਵਿੱਚ ਵੀ ਦੱਸਿਆ ਸੀਗਾ, ਮੇਰੇ ਸਟੂਡੈਂਟਸ ਨੂੰ ਮੈਂ ਚੰਨੋ ਲੇਜ਼ ਲੈ ਕੇ ਜਾਂਦੀ ਹਾਂ ਤਾਂ ਉੱਥੇ ਜਾ ਕੇ ਪੂਰੀ ਬਸ ਮੇਰੇ ਕੋਲ ਫੋਟੋ ਨਹੀਂ ਮੈਂ ਤੁਹਾਨੂੰ ਦਿਖਾ ਸਕਾਂ, ਤਾਂ ਸਟੂਡੈਂਟਸ ਬੱਚਿਆਂ ਨੂੰ ਪੂਰਾ ਉੱਪਰ ਤੋਂ ਨੀਚੇ ਤੱਕ ਉਹਨਾਂ ਨੇ ਇੱਕ ਕਵਰ ਦੇ ਵਿੱਚ ਕਵਰ ਕਰਤਾ ਸੀ ਤਾਂ ਕਿ ਉਹ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨੂੰ ਅੰਦਰ ਨਾ ਲੈ ਕੇ ਜਾਣ। ਤਾਂ ਉਹਨਾਂ ਦੇ ਕਰਮਚਾਰੀਆਂ ਲਈ ਇਹ ਸਾਰੇ ਰੂਲ ਰੈਗੂਲੇਸ਼ਨਸ ਅਪਲਾਈ ਕੀਤੇ ਜਾਂਦੇ ਨੇ। ਆਹ 2 ਕੁਐਸਚਨਸ ਬਣਾਏ ਨੇ ਇੰਗਲਿਸ਼ 'ਚ ਸਟੂਡੈਂਟਸ। ਵਾਟ ਆਰ ਦਾ ਡਰਾਈ
ਵੈਜੀਟੇਬਲਸ, ਕਿਉਂਕਿ ਆਪਾਂ ਨੇ ਡੀਹਾਈਡਰੇਸ਼ਨ ਵਰਡ ਕੀਤਾ ਹੈ ਇਸ ਕਰਕੇ। dried any vegetables that has been dehydrated on dried in order to extend shelf life, ਉਹਦੀ ਮਿਆਦ ਵਧਾ ਦਿੰਦਾ ਹੈ ਜਦੋਂ ਆਪਾਂ ਕਿਸੇ ਸੁੱਕੇ ਪਦਾਰਥ ਨੂੰ ਯੂਜ਼ ਕਰਦੇ ਹਾਂ। ਤਾਂ ਸੁੱਕੀਆਂ ਚੀਜ਼ਾਂ ਬਹੁਤ ਸਾਰੀਆਂ ਸਾਡੇ ਆਲੇ ਦੁਆਲੇ ਮਿਲਦੀਆਂ ਵੀ ਨੇ ਅਤੇ ਅੱਜ ਦੇ ਸਮੇਂ ਵਿੱਚ ਬਹੁਤ ਹੀ ਫੇਮਸ ਨੇ, ਜਿਹੜਾ ਕਿ ਅਸੀਂ ਕੱਲ੍ਹ ਨੂੰ ਸਭ ਦਾ ਰੁਜ਼ਗਾਰ ਵੀ ਬਣਾ ਸਕਦੇ ਹਾਂ। ਅਨੀਅਨ, ਕੈਰਟ, ਚਿਲੀਜ਼ ਐਕਸਟਰਾ। ਠੀਕ ਹੈ ਜੀ। ਇੱਕ ਹੋਰ ਕੁਐਸਚਨ ਹੈ, what you do with the dehydrated vegetables? Dehydrated vegetables are best used as ingredients soups, casseroles, sauces and stews। ਸੂਪ ਤਾਂ ਸਾਰਿਆਂ ਨੂੰ ਪਤਾ ਪੀਣ ਵਾਲਾ। ਕੈਸਰੋਲਸ ਕੀ ਨੇ ਸਟੂਡੈਂਟ? ਜਿਹਦੇ ਵਿੱਚ ਆਪਾਂ ਡੋਂਗੇ, ਜਿਹਦੇ ਵਿੱਚ ਆਪਾਂ ਸੁੱਕੀਆਂ ਚੀਜ਼ਾਂ ਨੂੰ ਪਾ ਕੇ ਸਰਵ ਕਰਦੇ ਹਾਂ ਜਾਂ ਗਰਮ ਕਰ ਸਕਦੇ ਹਾਂ, ਜਿਹਦੇ ਵਿੱਚ ਥੋੜ੍ਹੀ ਥੋੜ੍ਹੀ ਗ੍ਰੇਵੀ ਤੋਂ ਮੋਟੀ ਵਾਲੀ ਗ੍ਰੇਵੀ ਵਾਲੀ ਹੁੰਦੀ, ਸੌਸਸ ਹੁੰਦੇ ਨੇ। ਸਟਿਊਜ਼, ਜਦੋਂ ਤੁਸੀਂ ਫੂਡ ਪ੍ਰੋਡਕਟ ਨੂੰ ਇੱਕ ਵੱਡੀ ਗ੍ਰੇਵੀ ਦੇ ਵਿੱਚ ਤਿਆਰ ਕਰਕੇ ਗਾੜਾ ਕਰਕੇ ਫਿਰ ਉਸਨੂੰ ਸੁਕਾਉਂਦੇ ਹੋ, ਤਾਂ ਇਹ ਅਲੱਗ-ਅਲੱਗ ਖਾਣ ਪੀਣ ਵਾਲੀ ਚੀਜ਼ਾਂ ਨੂੰ ਇੱਕ ਨਵੇਂ ਨਾਂ ਦੇ ਨਾਲ ਤਿਆਰ ਕੀਤਾ ਜਾਂਦਾ। ਸਾਰੇ ਡੀਹਾਈਡਰੇਟਡ ਦੇ ਵਿੱਚ ਆਉਂਦੇ ਨੇਗੇ। ਹਾਊਐਵਰ ਦੇ ਕੈਨ ਬੀ ਸਰਵਡ ਅਲੋਨ ਵਿਦ ਦ ਐਡੀਸ਼ਨ ਆਫ ਬਟਰ, ਚੀਜ਼, ਸੌਸ। ਜਦੋਂ ਇਹ ਸੁੱਕੀਆਂ ਚੀਜ਼ਾਂ ਨੂੰ ਸਰਵ ਕੀਤਾ ਜਾਂਦਾ ਹੈ, ਪੇਸ਼ ਕੀਤਾ ਜਾਂਦਾ, ਤਾਂ ਉਹਦੇ ਵਿੱਚ ਅਲੱਗ ਤਰ੍ਹਾਂ ਦਾ ਬਟਰ ਪਾਇਆ ਜਾਂਦਾ ਹੈ ਜਾਂ ਉਹਦੇ 'ਚ ਪਨੀਰ ਪਾਇਆ ਜਾਂਦਾ ਹੈ ਜਾਂ ਕਈ ਤਰ੍ਹਾਂ ਦੀ ਫਲੇਵਰਸ ਵੀ ਪਾ ਕੇ ਬੱਚਿਆਂ ਲਈ ਜਾਂ ਬੜਿਆਂ ਲਈ ਸਰਵ ਕੀਤਾ ਜਾਂਦਾ ਹੈ, ਜਿਹਦੇ ਨਾਲ ਉਸ ਦੀ ਡਿਮਾਂਡ ਬਹੁਤ ਵੱਧ ਜਾਂਦੀ ਹੈ। ਤਾਂ ਸਟੂਡੈਂਟਸ, ਇਸ 2 ਕੁਐਸਚਨ ਸਿਰਫ ਮੈਂ ਆਪਣੀ ਇੱਕ ਖੁਸ਼ੀ ਦੇ ਲਈ ਤੁਹਾਨੂੰ ਦੇ ਦਿੱਤੇ। ਬਹੁਤ ਚੰਗੀ ਗੱਲ ਹੈ, ਤੁਸੀਂ ਪੜ੍ਹੋਗੇ, ਪਰ ਮੇਰਾ ਮਕਸਦ ਤੁਹਾਨੂੰ ਇਸ ਤਰੀਕੇ ਨਾਲ ਹੈ ਕਿ ਵੀ ਆਹ ਛੋਟੇ ਕੁਐਸਚਨਸ ਦੀਆਂ ਜਿਹੜੀਆਂ ਛੋਟੀਆਂ ਗੱਲਾਂ ਨੇ, CIP, FFP, MP, ਠੀਕ ਹੈ, ਉਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਰਦੇ ਜਾਓਗੇ ਔਰ ਪੜ੍ਹਦੇ ਜਾਓਗੇ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਯਾਦ ਹੋ ਜਾਊਗਾ ਔਰ ਤੁਹਾਡਾ ਪੇਪਰ ਦੇਣਾ ਤੁਹਾਨੂੰ ਈਜ਼ੀ ਹੋ ਜਾਏਗਾ। ਤਾਂ ਆਲ ਦੀ ਬੈਸਟ। ਠੀਕ ਹੈ। ਨਵੀਂ ਵੀਡੀਓ ਜਿਹੜੀ ਫੂਡ ਪ੍ਰੋਸੈਸਿੰਗ ਦੀ ਹੈ ਉਹਦਾ ਪੰਜਾਬੀ ਅਨੁਵਾਦ ਮੈਂ ਜਲਦੀ ਲੈ ਕੇ ਤੁਹਾਡੇ ਵਾਸਤੇ ਸਾਹਮਣੇ ਆਵਾਂਗੀ। ਇਸ ਵੀਡੀਓ ਲਈ ਤੁਸੀਂ ਮੈਨੂੰ ਬਹੁਤ ਸਾਥ ਦਿੱਤਾ, ਅੱਗੇ ਵੀ ਦਿਓਗੇ। ਥੈਂਕ ਯੂ ਸੋ ਮਚ। ਪਲੀਜ਼ ਲਾਈਕ ਐਂਡ ਸ਼ੇਅਰ, ਸਬਸਕ੍ਰਾਈਬ। ਥੈਂਕ ਯੂ ਸੋ ਮਚ।